अस्सलाम वालेकुम दोस्तों, मैं ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਇਹ ਵੀਡੀਓ ਜਨਾਬ ਸਪੈਸ਼ਲੀ ਕਿਸਾਨ ਆਟੋਜ਼ ਐਂਡ ਟਰੈਕਟਰ ਪਾਰਟਸ ਫੇਸਬੁੱਕ ਪੇਜ ਵਾਸਤੇ ਬਣਾਈ ਜਾ ਰਹੀ ਹੈ। ਤੇ ਅੱਜ ਦੀ ਆਪਣੀ ਵੀਡੀਓ ਦੋਸਤੋ ਆਲੂ ਦਾ ਖੇਤ ਹੈ ਤੇ ਉੱਥੇ ਜਨਾਬ ਜਿਹੜੀ ਲੇਬਰ ਕੰਮ ਕਰਦੀ ਹੈ ਮੰਡੀਆਂ ਵਿੱਚ ਵੀ ਤੇ ਖੇਤਾਂ ਵਿੱਚ ਵੀ, ਤੇ ਉਹਨਾਂ ਨਾਲ ਗੱਲ ਕਰਨੇ ਆ ਵੀ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹਨਾਂ ਨੂੰ ਠੀਕ ਮਿਲਦੀ ਪਈ ਹੈ ਜਾਂ ਘੱਟ ਹੈ। ਜਿਸ ਤਰੀਕੇ ਮਹਿੰਗਾਈ ਹੈ, ਕਾਫੀ ਮਜ਼ਦੂਰ ਪਹਿਲੇ ਵੀ ਕਰਲਾਉਂਦੇ ਨੇ, ਕਹਿੰਦੇ ਨੇ ਵੀ ਸਾਡਾ ਗੁਜ਼ਾਰਾ ਬੜਾ ਔਖਾ ਹੈ, ਮਜ਼ਦੂਰੀ ਵਧਾਈ ਜਾਵੇ। ਤੇ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਦੋਸਤ, ਉਹਨਾਂ ਨਾਲ ਪੁੱਛਣੇ ਉਹਨਾਂ ਕੋਲੋਂ ਵੀ ਆਇਆ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਜਾਂ ਨਹੀਂ ਹੋ ਰਿਹਾ। ਆਓ ਚਲਿਏ ਗੱਲ ਕਰੀਏ। अस्सलाम वालेकुम भाईजान। वालेकुम अस्सलाम। ਕੀ ਹਾਲ ਚਾਲ ਨੇ? ठीक ठाक। ਕੀ ਨਾਂ ਤੁਹਾਡਾ? अब्बास जी। अब्बास भाई कित्थों आए जी? सरदार कैंचो जी। सरदार के अदीपालपुर वाली साइड तो? हाँ जी। अच्छा, तो ये किन्ने अरसे तू ये ठेकेदारी कर रहे हो पल्लेदारी? 8-10 साल। 8-10 साल तो? जी। तो ये मजदूरी की चलती पई है? ए मजदूरी जी 15-20-25 रुपये चलती पई। ਇਹ ਜਿਹੜੇ ਤੁਸੀਂ ਤੋੜੇ ਭਰਦੇ ਪਏ ਜੇ, जी। ਮਤਲਬ ਲੇਬਰ ਜੋੜਦੀ ਪਈ ਹੈ ਤੇ ਤੁਸੀਂ ਤੋੜੇ ਭਰਦੇ ਪਏ ਨੇ, जी जी। ਇਹਦੀ ਲੋਡਿੰਗ ਵੀ ਤੁਸੀਂ ਹੀ ਕਰਨੀ ਹੈ हाँ जी। ਤੇ ਉਤਰ ਫਿਰ ਮੰਡੀ 'ਚ ਉਤਾਰਨ ਵਾਲੇ ਹੋਰ ਹੋਣਗੇ, हाँ जी। ਤੇ ਕਿੰਨੇ ਪੈਸੇ ਲਓਗੇ ਤੁਸੀਂ? ए जी ਅਸੀਂ ਇਤੋਂ ਤਾਂ ਡਬਲ ਲੋਡਿੰਗ ਕਰਕੇ ਤੇ 25 ਰੁਪਏ ਸਾਨੂੰ ਤੋੜਾ ਪਵੇਗਾ। 25 ਰੁਪਏ ਤੋੜਾ ਪਵੇਗਾ। ਜੀ। ਕਿੰਨੇ ਬੰਦਿਆਂ ਦੇ ਮੁੰਤਖਬ ਹੈ ਤੁਹਾਡੀ ਲੇਬਰ? ਕਿੰਨੇ ਮਜ਼ਦੂਰ ਨੇ ਟੋਟਲ? ਅਸੀਂ ਜੀ 8 ਮਜ਼ਦੂਰ ਹੈਗੇ। 8 ਮਜ਼ਦੂਰ ਨੇ। ਜੀ। ਤੇ ਸ਼ਾਮ ਤੱਕ ਕਿੰਨੇ ਕਿੱਲੇ ਕਰ ਲੈਂਦੇ ਜੀ? ਇਹ ਜਿਹੜੇ ਲੇਬਰ ਕਰ ਜਾਵੇ ਉਹ ਸਾਨੂੰ ਵੀ ਮਸਲਾ ਅੰਦਾਜ਼ੇ ਜੀ ਤੁਸੀਂ ਇੱਕ ਦਿਨ ਵਿੱਚ ਕਿੰਨੇ ਪੈਸੇ ਕਮਾ ਲੈਂਦੇ ਜੀ? ਇੱਕ ਦਿਨ ਵਿੱਚ ਇਹੋ 400-500 300 ਦੀ ਲਾਈ ਹੈ। ਹਾਂਜੀ, ਕੱਲ 300 ਦੀ ਲਾਈ ਹੈ। ਕਿਹੜਾ ਵੀ ਹੈ 300 ਰੁਪਏ ਦੀ ਦਿਹਾੜੀ ਲਾਈ ਦਿਹਾੜੀ ਹੈ। ਲੱਗੀ ਹੈ ਸਾਰਾ ਦਿਨ ਵਿੱਚ ਸਾਰਾ ਦਿਨ ਜਿਹੜਾ ਕੀ ਵਜ੍ਹਾ ਕੀ ਬਣੀ? ਬਾ ਵਜ੍ਹਾ ਹੀ ਉਹ ਆਲੂ ਵਜ੍ਹਾ ਥੋੜੇ ਆਲੂ ਥੋੜੇ ਨਿਕਲੇ ਨੇ। ਆਲੂ ਥੋੜੇ ਨਿਕਲਦੇ ਪਏ ਨੇ। ਜੀ। ਇਹਦਾ ਮਤਲਬ ਜ਼ਮੀਂਦਾਰਾਂ ਦਾ ਵੀ ਨੁਕਸਾਨ ਹੈ ਨੁਕਸਾਨ ਹੈ। ਤੇ ਜ਼ਮੀਂਦਾਰ ਦਾ ਨੁਕਸਾਨ ਹੈ ਤੇ ਮਜ਼ਦੂਰ ਦਾ ਨਾਲ ਪਹਿਲੇ ਹੋਇਆ ਪਹਿਲੇ ਨੁਕਸਾਨ ਹੈ। ਪਹਿਲੇ ਨੁਕਸਾਨ ਹੈ। ਜੀ ਜੀ। ਤੁਸੀਂ ਮੈਨੂੰ ਇਹ ਦੱਸੋ ਵੀ ਫਿਰ 300 ਤੇ 400 ਚ ਗੁਜ਼ਾਰਾ ਤੁਹਾਡਾ ਹੋ ਜਾਂਦਾ? ਕਿੰਨੇ ਅਫਰਾਦ ਹੈਗੇ ਨੇ ਨਹੀਂ ਤੁਹਾਡੇ ਘਰ ਹੁੰਦਾ ਦੇ? ਜੀ, ਨਹੀਂ ਹੁੰਦਾ। ਤੇ ਦੋਸਤੋ ਸਾਡੇ ਨਾਲ ਜਨਾਬ ਮਾਲਕ ਵੀ ਮੌਜੂਦ ਹੈਗੇ ਨੇ, ਜੀ, ਕਿਸਾਨ ਜੀ। ਭਾਈ, ਉਹਨਾਂ ਨਾਲ ਗੱਲ ਕਰਨੇ। ਤੁਸੀਂ ਮਾਲਕ ਨੇ ਹਾਂਜੀ ਆਲੂ ਦੇ? ਹਾਂਜੀ। ਅੱਛਾ, ਕਿੰਨੇ ਆਲੂ ਲਗਾਏ ਹੋਏ ਨੇ? ਆਲੂ ਹਨ ਕੋਈ 17-18 ਕਿੱਲੇ। 17-18 ਕਿੱਲੇ। ਇਹ ਲਾਲ ਹੀ ਲਗਾਏ ਹੋਏ ਨੇ? ਹਾਂਜੀ। ਤੇ ਕੀ ਰੇਟ ਚੱਲਦਾ ਪਿਆ ਹੈ ਇਹ ਮੁੱਕਾ ਰੇਟ ਕੀ ਬੰਦਾ ਕਰੇ। ਅੰਦਾਜ਼ਾ? ਇਹ 17-18 ਬੋਰੀ ਵਿਕਦੀ ਪਈ। ਲਾਲ ਦੀ? ਹਾਂਜੀ। ਨਹੀਂ, ਕਹਿੰਦੇ ਨੇ 33 ਰੁਪਏ ਕਿਲੋ ਹੈਗੇ ਨੇ। ਨਹੀਂ ਐਵੇਂ ਮਾਰਦੇ ਨੇ ਸਾਰੇ, ਕਮਾਈ ਤੋਂ ਹੋ ਜਾਂਦੇ ਕਿ ਨਾ ਸਾਡੇ ਕੋ ਖਰੀਦ ਜਾਂਦੇ ਨੇ, ਪੈਸੇ ਉਹਨਾਂ ਕਮਾਉਣਾ ਹੈ। ਅੱਛਾ, ਤੇ ਆਪਾਂ ਵੇਲੇ ਆਪਾਂ ਦੋਈ ਸਿਕਾਵਣੀ ਜੀ ਕਿ ਸਧਾਰਨ ਠੇਕੇ ਦੇਣਾ ਦੇ ਕੇ ਮਜ਼ਦੂਰਾਂ ਯਾਰ ਉਹ ਤਾਂ ਤੁਹਾਡੀ ਗੱਲ, ਪਰ ਮੇਰੇ ਕੋਲ ਮੋਬਾਈਲ ਦੇ ਵਿੱਚ ਮੰਡੀ ਦਾ ਰੇਟ ਉਕਾੜੇ ਦਾ ਦਪਾਲਪੁਰ ਜਿਹੜੇ ਹੈਗੇ ਨੇ ਚਿੱਟੇ ਆਲੂ, ਉਹਨਾਂ ਦਾ 1800 ਤੋਂ ਲੈ ਕੇ 2000 ਤੱਕ, VIP 2200 ਜਿਹੜੀ ਇੱਕ ਚੰਗੀ ਲਾਟ ਆਉਂਦੀ ਹੈ। ਜੀ ਜੀ। ਤੇ ਜਿਹੜੇ ਹੈਗੇ ਨੇ ਲਾਲ ਉਹ 3500 ਤੇ 4000 ਹੈਗੇ ਨੇ। ਉਹ ਕਿਹੜੇ ਹੈਗੇ ਨੇ? ਕੋਈ ਕਹਿੰਦਾ ਕਰੋਡਾ ਹੈ, ਕੋਈ ਕਹਿੰਦਾ ਹੈ ਉਹ ਇੱਕ ਹੋਰ ਐਸਟ੍ਰੈਸ ਪੈਪਸੀ। ਤੇ ਉੱਥੇ 3500 ਨੂੰ ਕਿਵੇਂ ਜਾਂ 3000 ਨੂੰ ਵਿਕਦੀ ਪਈ, ਉਹ ਕੀ ਮਸਲਾ ਹੈ? ਬਸ ਇਹ ਤੇ ਆਦੀ ਮਰਜ਼ੀ ਨਾਲ ਆਂਦੇ ਨੇ ਜ਼ਿਮੀਂਦਾਰ ਪੈ ਲੱਗਾ ਕਰ ਬਸ। ਹੁਣ ਆਲੂ ਤਾਂ ਮਾਸ਼ਾਅੱਲਾ ਵਧੀਆ, ਪਰ ਇਹ 33 ਰੁਪਏ ਦਾ ਹਿਸਾਬ ਜਿਹੜਾ ਹੈ ਇਹ ਕਿੰਨਾ ਪੈ ਜਾ ਸੀਦਾ? ਇਹ 122 ਕਿਲੋ ਦੀ ਬੋਰੀ ਹੁੰਦੀ ਹੈ। 122 ਦੀ ਕੈਲਕੂਲੇਟਰ ਮਾਰਿਆ ਜੀ। ਅੱਛਾ, ਤੇ ਤੁਸੀਂ ਮੈਨੂੰ ਇਹ ਦੱਸੋ ਖਰਚਾ ਕਿੰਨਾ ਕੁ ਹੈ ਆਪਣਾ ਆਲੂ ਤੇ ਸਾਰੀ? ਭਾਈਜਾਨ ਪਟਵਾ ਤੇ ਲੇਬਰ ਦਾ ਡਿੱਗਰ ਦਾ ਲੇਬਰ ਦੀ ਮਜ਼ਦੂਰੀ ਪਾ ਤੇ ਠੇਕਾ ਪਾ ਤੇ 1,07,000 ਕਿੱਲਾ ਆਲੂ ਬਾਹਰ ਨਿਕਲ ਸੀ। 1,07,000 ਚ? ਹਾਂਜੀ। ਤੇ ਠੇਕਾ ਕਿੰਨਾ ਹੈ ਵਿੱਚ? ਠੇਕਾ ਪਾ ਤੇ ਠੇਕਾ ਪਾ ਤੇ 30,000 ਰੁਪਏ। ਹੁਣ ਕਿੱਲਾ ਕਿੰਨੇ ਦਾ ਹੁੰਦਾ ਪਿਆ? ਸਾਡਾ ਹੁਣ ਕੱਲ ਕਿੱਲਾ 2 ਕਿੱਲੇ 84,000 ਦੇ ਹੋਏ ਨੇ। ਅੱਛਾ, 2 ਕਿੱਲੇ 84,000 ਦੇ? ਹਾਂਜੀ। ਇਹਦਾ ਮਤਲਬ ਉਹ ਤਾਂ ਫਿਰ ਸਾਰਾ ਹੀ ਆਪਾਂ ਨੂੰ ਘਾਟਾ ਹੈ। ਘਾਟਾ ਜੀ। ਅੱਛਾ, ਇਹ ਕੀ ਹੁਕੂਮਤ ਦੀ ਪਾਲਿਸੀ ਖਰਾਬ ਹੈ ਜਾਂ ਆਲੂ ਜ਼ਿਆਦਾ ਲਗਾ ਬੈਠੇ ਆ ਆਪਾਂ? ਨਹੀਂ, ਹਕੂਮਤ ਦੀ ਇਹਦੇ ਮਾਮਲਾ ਮੈਂ ਨਹੀਂ ਆਂਦਾ ਵੀ ਉਹ ਸਾਡੇ ਆਲੂ ਕਿਲੇ ਸਿਕੇਰੇ ਨਾ ਗਰਮੀ ਪੈ ਕੇ ਪਟਾਕੇ ਮਾਰ ਗਏ। ਅੱਛਾ, ਥੋੜਾ ਹੀ ਕੋਨੀ ਸਹੀ ਹੋ ਗਿਆ। ਹਕੂਮਤ ਦੀ ਇੱਕ ਪੁਲਿਸ ਹੈ ਯੂਰੀਆ ਖਾਦ ਹੈ, ਉਹ 2500 ਦੀ ਬੋਰੀ ਦਿੰਦੀ ਹੈ, ਉਹ ਵੀ ਸ਼ਾਰਟ ਰਾਤੀ ਦਿੰਦੇ ਨੇ। ਅੱਛਾ, ਇਹ ਜਿਹੜਾ ਨਾ 33 ਰੁਪਏ ਦੇ ਹਿਸਾਬ ਨਾਲ 4000 ਦੀ ਬੋਰੀ ਬਣਦੀ ਪਈ ਹੈ। ਤੇ ਮਾਸ਼ਾਅੱਲਾ 4000 ਦੇ ਹਿਸਾਬ ਨਾਲ ਅਗਰ 40 ਬੋਰੀ ਹੈ ਜਾਂ 50, ਲੇਕਿਨ ਫਿਰ ਵੀ ਘਾਟਾ ਹੈ, ਉਹ ਮੁਨਾਫਾ ਨਹੀਂ ਜੋ ਪਿਛਲੇ ਸਾਲ ਹੈਗਾ ਹਾਂ ਸੀ। ਨਹੀਂ ਉਹ ਨਹੀਂ ਹੈਗਾ। ਅੱਛਾ, ਬਨੇ ਦੱਸੋ ਵੀ ਯੂਰੀਆ ਖਾਦ ਦੇ ਬਾਰੇ ਗੱਲ ਕਰ ਰਹੇ ਹੋ? ਯੂਰੀਆ ਦੀ ਖਾਦ ਮੈਂ ਸਭ 2500 ਨੂੰ ਦਿੰਦੀ, ਉਹ ਵੀ ਮਕਰੋੜਗੰਜ ਸਦਵਾਵੀ ਦੀ ਹੈ, ਅੱਛਾ, ਪਾਕਪੁਰ ਸਦਵਾਵੀ ਦੀ ਹੈ। ਤੇ ਆਪਣੇ ਸ਼ਹਿਰ ਹਵੇਲੀ ਲੱਖਾ? ਆਪਣੇ ਸ਼ਹਿਰ ਹਵੇਲੀ ਲੱਖਾ ਤੇ ਦਿੰਦੇ ਨੇ ਬੜੇ ਬਣੇ ਕਿ ਉਹਨਾਂ ਨੂੰ ਬੰਦਾ ਕੀ ਆਖੇ। ਯਾਰ ਗਾਲੀ ਨਹੀਂ ਕੱਢਣੀਆਂ। ਬਾਕੀ ਨਾ ਦੋਸਤੋ, ਇਹ ਗਾਲ ਵਿੱਚ ਮੈਂ ਤਾਂ ਕੱਢਦਾ ਨਹੀਂ ਪਿਆ, ਜਿਹੜੇ ਕਿਸਾਨ ਹੈਗੇ ਨਾ ਤਾਜਰ ਪਹਿਲੇ ਸਾਨੂੰ ਗਾਲੀ ਕੱਢ ਲੈਂਦੇ ਨੇ ਤੇ ਅਸੀਂ ਬਾਤ ਕੱਢਨੇ ਆ, ਕੰਮ ਬਰਾਬਰ ਹੀ ਹੈ। ਤੇ ਕਿਉਂਕਿ ਜਦੋਂ ਜ਼ਮੀਂਦਾਰ ਜਾਂਦਾ ਇਹਨਾਂ ਦੁਕਾਨ ਵਾਲਿਆਂ ਦਾਰਾਂ ਕੋਲ ਤੇ
ਛੁਰਾ ਗਵਾੜਾ ਤਿਆਰ ਕਰਕੇ ਤੇ ਮੇਰਾ ਖਿਆਲ ਹੈ ਵੀ ਇਸ ਵਾਰ ਇਹਨਾਂ ਯੂਰੀਆ ਦਾ ਜਿਹੜਾ ਮੁਨਾਫਾ ਲੈਂਦੇ ਪਏ ਨਾ ਇਨਸ਼ਾਅੱਲਾ ਤਾਂ 2-2 ਹਜ਼ਾਰ ਇਹਨਾਂ ਜ਼ਰੂਰ ਕਰਨੀਆਂ ਨੇ 4-4 ਉਮਰੇ ਕਰਨਗੇ ਤੇ ਅੱਗੇ ਤੁਸੀਂ ਵੇਖ ਲਓ ਵੀ ਕਣਕ ਦੀ ਪੈਦਾਵਾਰ ਘਟਣੀ ਮੋੜ ਆਪਾਂ ਨੇ ਹਕੂਮਤ ਦਾ ਗੁਨਾਹ ਵਿਕਲੇ ਕਰਨ ਯੂਰੀਆ ਨਹੀਂ ਲੱਗਦੀ ਪਈ ਹਾਂਜੀ ਤੇ ਬੰਦਿਆਂ ਯੂਰੀਆ ਤੋਂ ਬਗੈਰ ਵਾਟਰ ਦਿੱਤੇ ਨੂੰ ਅੱਛਾ ਉਸ ਕਣਕ ਉਸ ਕੀ ਦੇਣੀ ਹੈ ਸਹੀ ਗੱਲ 2500 ਨੂੰ ਉਸ ਦੇ ਮੇਰੇ ਕੋਲ ਪੈਸੇ 2500 ਨੂੰ ਲੱਭੀ ਮੈਂ ਉਹ ਲਿਆਂਦੀ ਹੈ ਨੂਰਪੁਰ ਪਾਕਪੁਰ ਨਾਲ ਵੀ ਨੂਰਪੁਰ ਅੱਛਾ ਉੱਥੋਂ ਸਹੀ ਹੋ ਗਿਆ 2500 ਰੁਪਇਆ 50 ਰੁਪਇਆ ਕਿਰਾਇਆ 550 ਇੱਥੇ ਪਈ ਹੈ ਇਹ ਜਦੋਂ ਆਪਣੀ ਕਣਕ ਹੁੰਦੀ ਹੈ ਉਦੋਂ ਤੋਂ ਆਪਣੇ ਨੂੰ ਅੱਗੇ ਰੱਖ ਲੈਂਦੇ ਨੇ ਸਾਨੂੰ ਦਿਓ ਸੈਂਟਰ ਤੇ ਗਵਰਨਮੈਂਟ ਦੇ ਅਫਸਰ ਬੜੇ ਤੇਜ਼ ਚਲਾਕ ਹੋ ਜਾਂਦੇ ਨੇ ਹੁਣ ਕਿਤੇ ਮਰ ਗਏ ਕਰ ਬਈਏ ਭਈ ਜ਼ਿਮੀਂਦਾਰ ਸਟਾਕ ਕਰੇ ਤਾਂ ਘਰੋਂ ਚਾ ਲੈਂਦੇ ਨੂੰ ਤੇ ਕਿੱਥੋਂ ਉਹਨਾਂ ਨੂੰ ਸ਼ੋਰਾ ਮੰਡ ਲੱਭੇ ਉੱਥੇ ਉਹਨਾਂ ਨੂੰ ਪਤਾ ਨਹੀਂ ਇੱਥੇ ਪਈ ਹੈ ਕਣਕ ਉੱਥੇ ਉਹਨਾਂ ਨੇ ਚਾਵਣੀ ਉੱਥੋਂ ਨਹੀਂ ਚੁੱਕਣੀ ਹੈਗੀ ਸਹੀ ਹੋ ਇਹ ਗਿਆ ਅਫਸਰਾਂ ਦਾ ਕਾਟਾ ਕਰੀ ਕਿ ਉਹਨਾਂ ਨੂੰ ਮਾਲ ਲੱਭ ਜਾਵੇ ਉਹਨਾਂ ਨੇ ਪੁੱਛਣਾ ਆਪਣੇ ਗਰੀਬ ਬੜੋਲੇ 30 ਮਾਣੀ ਪਈ ਹੋਵੇ ਨਾ ਇਹਨਾਂ ਤੂੰ ਖਾਂਦਾ 10 ਮਾਣ ਤੇ 20 ਮਾਣੂ ਕੀ ਕਰਨਾ ਹੈ ਸਹੀ ਹੋ ਗਿਆ ਬਿਲਕੁਲ ਤੁਹਾਡੀ ਗੱਲ ਬਜਾਏ ਤੇ ਹੁਣ ਆਪਾਂ ਦਾ 1509 ਦਾਈ 1800 2000 ਵਿੱਚ ਨੂੰ ਹੁਣ 3000 ਨੂੰ ਆਪਾਂ ਨੇ ਸਟਾਕ ਹੀ ਸਾਰਾ ਸਟਾਕ ਕਿਤੇ ਬੈਠੇ ਨੂੰ ਸਹੀ ਹੋ ਗਿਆ ਮੇਰਾ ਖਿਆਲ ਵੀ ਆਪਾਂ ਨੂੰ ਜ਼ਿਮੀਂਦਾਰਾਂ ਨੂੰ ਚਾਹੀਦਾ ਇੱਕ ਤਾਂ ਜਦੋਂ ਅਗਲਾ ਇਲੈਕਸ਼ਨ ਆਵੇ ਸੋਚ ਸਮਝ ਤੇ ਮੁੰਤਖਬ ਕਰੀਏ ਉਹਨਾਂ ਐਮਐਨਐਮਪੀਆਂ ਨੂੰ ਵੋਟ ਦਿਓ ਜਿਹੜੇ ਤੁਹਾਡੀ ਆਵਾਜ਼ ਉੱਤੇ ਉਠਾਉਣ ਤੇ ਮੇਰਾ ਖਿਆਲ ਵੀ ਮੌਜੂਦਾ ਤਾਂ ਕੋਈ ਵੀ ਐਮਐਨਐਮਪੀ ਕਦੀ ਵੀ ਨਹੀਂ ਆਵਾਜ਼ ਉਠਾਉਣਾ ਪਿਆ ਤਾਂ ਬੰਦਾ ਹੀ ਉਹ ਨਾ ਹੋਵੇ ਕਿਹੜਾ ਇਹਨਾਂ ਨੂੰ ਕਿਸੇ ਨੂੰ ਵੋਟ ਨਾ ਦੇਵੇ ਹਾਂ ਕੋਈ ਪੀਪਲਸ ਪਾਰਟੀ ਹੈ ਜਾਂ ਕੋਈ ਤਰੀਕੇ ਇਨਸਾਫ ਹੈ ਜਾਂ ਕੋਈ ਨਵਾਜ਼ ਸ਼ਰੀਫ ਕਿਨੂੰ ਇਹਨਾਂ ਨੂੰ ਵੋਟ ਨਾ ਦਿਓ ਹੁਣ ਤੁਸੀਂ ਵੇਖਿਆ ਵੀ ਖਾਦ ਦਾ ਸੀਜ਼ਨ ਚੱਲਦਾ ਪਿਆ ਬੁਰਹਾਨ ਕਦੇ ਤੁਹਾਡੇ ਇਲਾਕੇ ਦੇ ਐਮਐਨਐਮਪੀ ਆਖਾ ਹੈ ਵੀ ਆ ਖਾਂ ਵੀ ਦੁਕਾਨਦਾਰ ਖਾਦ ਦਿਓ ਕੋਈ ਬੋਲਦਾ ਹੀ ਨਹੀਂ ਅਸੈਂਬਲੀ 'ਚ ਨਹੀਂ ਬੋਲਦੇ ਪਏ ਨਹੀਂ ਜਿੰਨੇ ਕਹੇ ਬੋਲਣਾ ਬਹੁਤ ਮਿਹਰਬਾਨੀ ਭਾਈਜਾਨ ਤੁਸੀਂ ਆਪਣੇ ਅੰਦਰ ਦੇ ਛੁਪੇ ਹੋਏ ਜਜ਼ਬਾਤ ਕੱਢੇ ਨੇ ਕਿਉਂਕਿ ਕਿਸਾਨ ਔਖਾ ਹੈ ਤੇ ਬਹੁਤ ਮਿਹਰਬਾਨੀ ਤੇ ਸਾਡੇ ਨਾਲ ਲੇਬਰ ਮੌਜੂਦ ਹੈ ਤੇ ਉਹਨਾਂ ਨਾਲ ਗੱਲ ਕਰਨੇ ਅਸਲਾਮ ਵਾਲੇਕੁਮ ਭਾਈਜਾਨ ਤੁਹਾਡਾ ਕਿੰਨਾ ਅਰਸਾ ਹੋ ਗਿਆ ਮਜ਼ਦੂਰੀ ਵਿੱਚ साढ़ा अरसा हो गया सारी उम्र ही मियाँ गुजर गई है मजदूरी करते हैं ਸਾਰੀ ਉਮਰ ਹੀ सारी उम्र नौकरियां ही करते रहे तो मजदूरी ही करते आने ਅੱਛਾ बोल हूँ अपना केड़ा भी भोए पांडा भी जेड़ा ਤੇ ਕਿੰਨੇ ਤੁਸੀਂ ਕਮਾਉਂਦੇ ਨੇ ਕਿੰਨੇ ਖਾਵਣ ਵਾਲੇ ਨੇ ਤੇ ਕਮਾਉਣ ਵਾਲੇ ਕਿੰਨੇ ਨੇ जी 7 जी खावन वाले ने ਅੱਛਾ 7 ਜੀ ਖਾਵਣ हाँ ਵਾਲੇ जी एक कमावन वाला ਇੱਕ ਕਮਾਉਣ ਵਾਲਾ ते बस यही पूरी पौंदी बस ये भी शाम वाले जेड़ा ले जाने 400-500 वो ला के ते वेले वेले सुबह नवी सवी ना लभे तो भूख दे ਭਾਈਜਾਨ ਰੋਜ਼ ਦੀ ਜਿਹੜਾ ਜਾਂਦਾ ਹੈ ਉਹ ਖੰਡ ਗਿਓ ਸਾਰਾ ਮਹਿੰਗਾ ਹੋਇਆ ਦੋਸਤੋ ਛੋਟਾ ਮਜ਼ਦੂਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲ ਛੋਟਾ ਬੇਟਾ ਇਧਰ ਮੇਰੇ ਵੱਲ ਵੇਖ ਅਸਲਾਮ ਵਾਲੇਕਮ ਕੀ ਨਾਂ ਤੇਰਾ ਮੁਹੰਮਦ ਅਹਿਮਦ ਜੀ ਮੁਹੰਮਦ ਅਹਿਮਦ ਭਾਈ ਤੁਹਾਨੂੰ ਕਿੰਨਾ ਅਰਸਾ ਹੋਇਆ ਹੈ ਮੈਨੂੰ ਤਾਂ ਜੀ ਬਚਪਨ ਨਾਲ ਮੈਨੂੰ ਸ਼ੌਂਕ ਸੀ ਸਕੂਲ ਪੜਨ ਦਾ ਅੱਛਾ ਉਹ ਮਜਬੂਰੀਆਂ ਦੇ ਕਾਰਨ ਸਕੂਲ ਨਹੀਂ ਪੜ ਸਕੇ ਅੱਛਾ ਤੇ ਜਿਹੜੀ ਕਮਾ ਕੇ ਲਿਜਾਣੇ ਆ ਉਹ ਸਾਰੇ ਘਰੇ ਲੱਗ ਜਾਂਦੇ ਘਰੇ ਲੱਗ ਜਾ ਕਿੰਨੇ ਭਰਾ ਹੈਗੇ ਜੀ ਅਸੀਂ 2 ਭਰਾ ਹਾਂ ਦੂਸਰਾ ਕੀ ਕਰਦਾ ਹੈ ਦੂਸਰਾ ਤਾਂ ਜੇ ਛੋਟਾ ਹੈ ਦੂਸਰਾ ਛੋਟਾ ਹੈ ਹਾਂਜੀ। ਤੇ ਮਤਲਬ ਇਹ ਘਰ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੀ ਹੈ ਹਾਂਜੀ ਤੇ ਮਤਲਬ ਵੀ ਗੁਜ਼ਾਰਾ ਔਖਾ ਹੁੰਦਾ ਪਿਆ ਗੁਜ਼ਾਰਾ ਔਖਾ ਹੁੰਦਾ ਤੇ ਕੀ ਕਹੋਗੇ ਇਮਰਾਨ ਖਾਨ ਨੂੰ ਜਾਂ ਹੁਕੂਮਤ ਨੂੰ ਹੁਕੂਮਤ ਵੀ ਨੂੰ ਕਿਹੜੀ ਕਿਹੜੀ ਚੀਜ਼ ਤੁਹਾਨੂੰ ਮਹਿੰਗੀ ਲੱਗਦੀ ਹੈ ਗਿਓ ਮਹਿੰਗਾ ਚੀਨੀ ਮਹਿੰਗੀ ਚੀਨੀ 60 ਰੁਪਏ ਸੀ ਗਿਓ 150 ਰੁਪਏ ਸੀ ਤੇ ਹੁਣ ਜਿੱਥੇ 300 ਰੁਪਏ ਗਿਓ ਹੋਇਆ ਪਿਆ 120 ਰੁਪਏ ਚੀਨੀ ਹੋਈ ਪਈ 300 20 ਘੜ 400 ਨੂੰ ਦਿੰਦੇ ਪਏ 380 ਰੁਪਏ ਹੁਣ ਭਾਈਜਾਨ ਇੱਥੇ ਕੀ ਕਰੀਏ ਅਸੀਂ ਬਹੁਤ ਮਿਹਰਬਾਨੀ ਅਹਿਮਦ ਭਾਈ ਅੱਲਾਹ ਤਾਲਾ ਆਪਣੇ ਮੁਲਕ ਤੇ ਰਹਿਮ ਫਰਮਾਵੇ ਤੇ ਇਹਨਾਂ ਹੁਕਮਰਾਨਾਂ ਨੂੰ ਵੀ ਰੱਬ ਹਦਾਇਤ ਦੇਵੇ ਤੇ ਹਦਾਇਤ ਇਹਨਾਂ ਨੂੰ ਜਿਹੜੀ ਜੀ ਆਈ ਪਈ ਉਹ ਚੰਗੀ ਕੀਤੀ ਖੜੇ ਨੇ ਜਿਹੜੀ ਸਾਡੇ ਨਾਲ ਕਰਨੀ ਹੈ ਇਹਨਾਂ ਤੇ ਤੁਹਾਡਾ ਕੀ ਜ਼ੇਨ ਹੈ ਤੁਹਾਡਾ ਵੋਟ ਤਾਂ ਬਣ ਗਿਆ ਹੋਵੇਗਾ ਵੋਟ ਤਾਂ ਬਣ ਗਿਆ ਹੋਇਆ ਪਰ ਵੋਟ ਮੈਂ ਨਹੀਂ ਦੇਣਾ ਕਿਸੇ ਨੂੰ ਵੀ ਨਹੀਂ ਦੇਣਾ ਕਿਸੇ ਨੂੰ ਵੀ ਨਹੀਂ ਦੇਣਾ ਜ਼ਿੰਦਾਬਾਦ ਹਾਂਜੀ ਠੀਕ ਹੋ ਗਿਆ ਬਹੁਤ ਮਿਹਰਬਾਨੀ ਸਰ ਤੇ ਦੋਸਤੋ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਦੀ ਇਜਾਜ਼ਤ ਲੈਣ ਤੋਂ ਪਹਿਲੇ ਤੁਹਾਨੂੰ ਮੈਂ ਪਰਫਾਰਮੈਂਸ ਚੈੱਕ ਕਰਵਾਉਂਦਾ ਚੱਲਾਂ 385 ਦੀ ਤੇ ਵੇਖਦੇ ਵੀ ਡਰਾਈਵਰ ਭਾਈ ਕੀ ਕਰ ਰਿਹਾ ਹੈ अस्सलाम वालेकुम उस्ताद जी की हाल चाल ने ये की हो गया है पूरा मेरे वाले देख के दस्या काल जी मिट्टी आ गई बेटी यार अच्छा मिट्टी आ गई है मिट्टी तो बल्ला कट्ठा हो गई है अच्छा इस वजह तो बंद हो गया चलो ठीक है करो साथ में दोस्तों मट्टी ते ਜਿਹੜੀਆਂ ਬੱਲਾਂ ਨੇ ਇਕੱਠੀਆਂ ਹੋ ਗਈਆਂ ਨੇ ਇਹ ਹੋ ਗਿਆ ਜਨਾਬ ਇੱਕ ਤਰ੍ਹਾਂ ਜਾਮ ਤੇ ਹੁਣ ਉਹਨਾਂ ਮਾਸ਼ਾਅੱਲਾ ਉਸਤਾਦ ਜਿਹੜਾ ਇਹਨੂੰ ਸੈੱਟ ਕਰਦਾ ਪਿਆ ਉਮੀਦ ਹੈ ਮਾਮਲਾ ਹੱਲ ਹੋ ਜਾ ਸੀਦਾ ਤੇ ਫਿਰ ਤੁਹਾਨੂੰ ਦਿਖਾਣੇ ਜੀ ਪਰਫਾਰਮੈਂਸ लगा दे ਦੋਸਤੋ ਬੱਲਾਂ ਤੇ ਮਿੱਟੀ ਜਿਹੀ ਇਕੱਠੀ ਹੋ ਗਈ ਸੀ ਜਿਹਦੀ ਵਜ੍ਹਾ ਨਾਲ ਟਰੈਕਟਰ ਰੁਕ ਗਿਆ ਲੋਹੇ ਦਾ ਇਸਤੇਮਾਲ ਕੀਤਾ ਜਾਂਦਾ ਪਿਆ ਹੈ ਕੋਈ ਜਣਾ ਵੀ ਕਹਿ ਸਕਦੇ ਕੋਈ ਹੋਰ ਚੀਜ਼ ਵੀ ਕਹਿ ਸਕਦੇ ਹੋ ਉਹਦੇ ਨਾਲ ਇਹਨੂੰ ਜਨਾਬ ਨਾਲ ਕੱਢਦੇ ਪਏ ਆ ਤੇ ਇਹ ਖਾਲੀ ਹੋ ਜਾ ਸੀਗਾ ਫਿਰ
पर ये खाली हो गया तो हम जरा चलावेगा। अभी भी रात है दोस्तों 385 फ्रंट तो बिल्कुल हौला है। ਇਹਦੀ जगह तो अगर बिलार्स ट्रैक्टर होंदा तो इस तरीके अगू खड़ा नहीं होता। ये हम ਤੁਹਾਡੇ ਸਾਹਮਣੇ ਹੀ ਹੈ। दोस्तों अगर इस दे अगे बंपर लग्या होंदा तो फिर तकरीबन जिहड़ा है ना ये वजन ठीक उठावे सी। ते हुण अगली साइड दे नाल जट चुक्या जाता है। ते बाकी बंपर दा होना जरूरी है या फिर जो डिग्गे रोड के अगे साइडां जो पहिए लगे ने टायरां वाले उन्हें इस्तेमाल करना चाहिए। तो हुण मैं तुहाडे सारे दोस्तों को लेना इजाजत। तुहाडा भरा मियां मोहम्मद अफजल भट्टू। अल्लाह हाफिज़। पाकिस्तान जिंदाबाद।